ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਸਨਮਾਨਯੋਗ ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਗੁਰਮਤਿ ਕਲਾਸ ਵਿੱਚ ਹਾਜ਼ਰ ਸਾਰੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਿੱਖ ਰਹਿਤ ਮਰਿਆਦਾ ਦੀ ਜੋ ਲੜੀਵਾਰ ਵਿਚਾਰ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹਾਂ, ਰਾਸ਼ਟਰ ਦੇ ਵਿੱਚ ਚੌਥਾ ਤੇ ਪੰਜਵਾਂ ਪੰਥ ਗ੍ਰਹਿਣੀ ਦਾ ਜੋ ਹਿੱਸਾ ਹੈ ਉਹ ਸਾਡਾ ਪੈਂਡਿੰਗ ਬਚਿਆ ਹੈ। ਜੋ ਲਾਸਟ 4 ਨੰਬਰ ਜਿਸ ਤੇ ਪਾਇਆ ਹੋਇਆ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 32 ਦੇ ਉੱਤੇ ਜੋ 2015 ਦਾ ਐਡੀਸ਼ਨ ਛਪਿਆ, ਉਹਦਾ ਗੁਰਮਤਾ ਕਰਨ ਦੀ ਵਿਧੀ। ਤੋ ਗੁਰਮਤਾ ਦੇ ਬਾਰੇ ਚ ਅਸੀਂ ਗਾਇ ਬਗਾਏ ਵਿਚਾਰਾਂ ਕਰਦੇ ਰਹਿੰਦੇ ਹਾਂ। ਗੁਰਮਤਾ ਕਿਸ ਨੂੰ ਆਖਦੇ ਨੇ, ਗੁਰਮਤਾ ਕੀ ਹੁੰਦਾ ਹੈ, ਇਹ ਵਿਚਾਰਾਂ ਅਸੀਂ ਪਿਛਲੇ ਸਵਾਲ ਜਵਾਬ ਦੇ ਸੈਸ਼ਨ ਵਿੱਚ ਵੀ ਕੀਤੀਆਂ ਸੀ। ਅੱਜ ਅਸੀਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਗੁਰਮਤਾ ਕਰਨ ਦਾ ਕੀ ਵਿਧਾਨ ਹੈ, ਕੀ ਵਿਧੀ ਵਿਧਾਨ ਹੈ, ਉਹ ਤੇ ਵਿਚਾਰ ਕਰਨੀ ਹੈ। ਇਸ ਦੀ ਊੜਾਮਦ ਹੈ, ਗੁਰਮਤਾ ਕੇਵਲ ਉਹਨਾਂ ਸਵਾਲਾਂ ਤੇ ਹੀ ਹੋ ਸਕਦਾ ਹੈ ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਣ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ, ਬੀੜ ਦੀ ਨਿਰੋਲਤਾ, ਅੰਮ੍ਰਿਤ, ਰਹਿਤ ਬੈਤ, ਪੰਥ ਦੀ ਬਨਾਵਟ ਆਦਿ ਨੂੰ ਕਾਇਮ ਰੱਖਣ ਬਾਬਤ ਹੋਰ ਕਿਸਮ ਦੇ ਸੁਧਾਰਨ, ਧਾਰਮਿਕ, ਵਿਦਿਅਕ, ਸਮਾਜਿਕ, ਪੋਲੀਟੀਕਲ ਸਵਾਲ ਉੱਤੇ ਕੇਵਲ ਮਤਾ ਹੋ ਸਕਦਾ ਹੈ। ਇਸ ਦੀ ਆੜਾਮਦ ਹੈ, ਇਹ ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ। ਤੋ 2 ਮਤ ਸਾਡੇ ਸਾਹਮਣੇ ਅੱਜ ਇਹ ਆਈਆਂ ਹਨ। ਪੰਥਕ ਗ੍ਰਹਿਣੀ ਦਾ ਇਹ ਅਧਿਆਏ 2 ਨਿਯਮਾਂ ਦੇ ਉੱਤੇ ਆਧਾਰਿਤ ਹੈ, ਜਿਸ ਵਿੱਚ ਗੁਰਮਤਾ ਪ੍ਰਥਾ ਬਾਬਤ ਸਾਨੂੰ ਜਾਣਕਾਰੀ ਦਿੱਤੀ ਗਈ ਹੈ। ਗੁਰਮਤਾ ਦਾ ਅਰਥ ਹੈ ਗੁਰਮਤ ਅਨੁਸਾਰ ਕੀਤਾ ਹੋਇਆ ਫੈਸਲਾ। ਗੁਰਮਤੇ ਦੇ ਲਫ਼ਜ਼ੀ ਅਰਥਾਂ ਤੋਂ ਹੀ ਇਹ ਪਤਾ ਲੱਗਦਾ ਹੈ ਕਿ ਜੋ ਗੁਰੂ ਦੀ ਮੱਤ ਮੁਤਾਬਕ ਕੀਤਾ ਹੋਇਆ ਫੈਸਲਾ ਜਾਂ ਗੁਰਮਤ ਅਨੁਸਾਰ ਕੀਤਾ ਹੋਇਆ ਫੈਸਲਾ। ਗੁਰੂ ਪੰਥ ਦਾ ਹੁਕਮ ਹੈ ਕਿ ਗੁਰਮਤਾ ਕੇਵਲ ਉਸੇ ਨੂੰ ਹੀ ਕਿਹਾ ਜਾਵੇਗਾ ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਬਾਬਤ ਕੀਤਾ ਜਾਵੇ। ਇਸ ਨੁਕਤੇ ਦੀ ਵਿਆਖਿਆ ਜਿਹੜੀ ਕੀਤੀ ਗਈ ਇਸ ਅੰਦਰ ਕਿ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ, ਬੀੜ, ਬਾਣੀ ਦੀ ਨਿਰੋਲਤਾ, ਅੰਮ੍ਰਿਤ, ਰਹਿਤ ਬੈਤ, ਪੰਥ ਦੀ ਬਨਾਵਟ ਆਦਿ ਨੂੰ ਕਾਇਮ ਰੱਖਣ ਬਾਬਤ ਜੋ ਫੈਸਲਾ ਹੋਵੇਗਾ ਉਹ ਗੁਰਮਤਾ ਹੋਵੇਗਾ। ਤੇ ਨਾਲ ਇਹ ਵੀ ਜ਼ਿਕਰ ਕਰ ਦਿੱਤਾ ਹੈ ਕਿ ਮੁੱਢਲੇ ਅਸੂਲਾਂ ਤੋਂ ਇਲਾਵਾ ਹੋਰ ਕਿਸੇ ਕਿਸਮ ਦੇ ਸਧਾਰਨ ਸਵਾਲ ਉੱਤੇ ਕੀਤਾ ਫੈਸਲਾ ਮਤਾ ਹੋਵੇਗਾ, ਚਾਹੇ ਉਹ ਧਾਰਮਿਕ ਹੋਣ, ਚਾਹੇ ਉਹ ਵਿਦਿਅਕ ਹੋਣ, ਚਾਹੇ ਉਹ ਸਮਾਜਿਕ ਹੋਣ ਜਾਂ ਰਾਜਸੀ ਹੋਣ, ਉਹ ਮਤਾ ਹੋਏਗਾ, ਗੁਰਮਤਾ ਨਹੀਂ ਹੋ ਸਕਦਾ। ਇੱਥੋਂ ਆਪਾਂ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ ਕਿ ਅਸਲ ਵਿੱਚ ਇਹ ਗੁਰੂ ਨਾਨਕ ਸਾਹਿਬ ਵੱਲੋਂ ਹੀ ਸੰਗਤਾਂ ਦੇ ਕਾਇਮ ਕਰਨ ਦੇ ਨਾਲ ਨਾਲ ਗੁਰਮਤਾ ਕਰਨ ਦੀ ਰੀਤੀ ਦਾ ਆਰੰਭ ਵੀ ਹੋ ਗਿਆ ਸੀ। ਪਰ ਖਾਲਸਾ ਦੀ ਸਿਰਜਣਾ ਤੋਂ ਬਾਅਦ
ਇਸ ਨੂੰ ਬਕਾਇਦਾ ਇੱਕ ਸੰਸਥਾ ਦਾ ਰੂਪ ਜਿਹੜਾ ਸੀ ਇਹ ਧਾਰਨ ਕਰ ਗਿਆ ਤੇ ਅੱਗੇ ਤੋਂ ਗੁਰਮਤਿ ਦੀ ਸੇਧ ਵਿੱਚ ਗੁਰੂ ਪੰਥ ਦੇ ਪ੍ਰਤੀ ਦੇ ਰੂਪ ਵਿੱਚ ਪੰਜ ਪਿਆਰੇ ਗੁਰਮਤਿ ਕਰਨ ਲੱਗੇ ਜੋ ਅੱਗੇ ਗੱਲ ਜਿਹੜੀ ਸੀ ਚੱਲਦੀ ਰਹੀ ਭਾਵੇਂ 18ਵੀਂ ਸਦੀ 19ਵੀਂ ਸਦੀ ਦੇ ਵਿੱਚ ਗੁਰੂ ਪੰਥ ਵੱਲੋਂ ਕੀਤੇ ਬਹੁਤੇ ਗੁਰਮਤਿ ਆਪਣੀ ਹੋਂਦ ਲਈ ਜਦੋਜਹਿਦ ਕਰਨੀ ਜਾਂ ਆਪਣਾ ਏਰੀਆ ਇਲਾਕਾ ਸੀਮਾ ਵਧਾਉਣ ਲਈ ਕੀਤੇ ਗਏ ਜੋ 18ਵੀਂ ਸਦੀ ਵਿੱਚ ਅਸੀਂ ਕਹਿ ਲਈਏ ਗੁਰੂ ਕਾਲ ਤੋਂ ਬਾਅਦ ਔਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਤਕਰੀਬਨ ਖਤਮ ਹੋਣ ਤੱਕ ਇਹ ਜਿਹੜੇ ਮਤੇ ਗੁਰਮਤਿ ਸੀ ਇਹ ਜ਼ਿਆਦਾ ਆਪਣੀ ਹੋਂਦ ਲਈ ਜਦੋਜਹਿਦ ਕਰਨ ਲਈ ਫੈਸਲੇ ਹੁੰਦੇ ਸਨ ਜਦੋਂ ਸਿੰਘ ਮਿਸਲਾਂ ਬਣੀਆਂ ਮਿਸਲਾਂ ਦੇ ਆਗੂ ਇਕੱਠੇ ਹੁੰਦੇ ਤੇ ਕੌਮ ਦੀ ਚੜ੍ਹਦੀ ਕਲਾ ਜਾਂ ਕੌਮ ਦੀ ਹੋਂਦ ਨੂੰ ਬਚਾਉਣ ਦੇ ਲਈ ਜੋ ਫੈਸਲੇ ਕਰਦੇ ਸਨ ਪਰ ਇਹਨਾਂ ਦੇ ਇਸ ਟਾਈਮ ਦੇ ਵਿੱਚ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦੁਬਾਰਾ ਉਸਾਰੀ ਸਿੰਘ ਸਭਾ ਚੀਫ ਖਾਲਸਾ ਦੀਵਾਨ ਤੇ ਫਿਰ 20ਵੀਂ ਸਦੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਪ੍ਰਚਾਰਕ ਧਾਰਮਿਕ ਸਥਾਨਾਂ ਦੀ ਸੰਭਾਲ ਲਈ ਸੰਸਥਾਵਾਂ ਜਿਹੜੀਆਂ ਸੀ ਉਹ ਕਾਇਮ ਕਰਨ ਲਈ ਗੁਰਮਤਿ ਵੀ ਹੋਏ ਸ਼੍ਰੋਮਣੀ ਕਮੇਟੀ ਜਿਹੜੀ 1920 ਦੇ ਵਿੱਚ ਹੋਂਦ ਵਿੱਚ ਆਉਂਦੀ ਹੈ ਤੇ ਅਨੇਕਾਂ ਵਾਰ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਤੇ ਰੱਖਿਆ ਦੇ ਲਈ ਗੁਰਮਤਿ ਜਿਹੜੇ ਸੀ ਉਹ ਕੀਤੇ ਗਏ ਗੁਰਮਤਿ ਕਰਨ ਲਈ ਇਹਦਾ ਮਤਲਬ ਸਪਸ਼ਟ ਜੀ ਗੱਲ ਹੈ ਕਿ ਘੱਟੋ ਘੱਟ 5 ਤਿਆਰ ਸਿੰਘਾਂ ਦਾ ਹੋਣਾ ਜ਼ਰੂਰੀ ਹੈ ਜਿਵੇਂ ਕਿ ਭਾਈ ਦਿਆਲ ਸਿੰਘ ਦੇ ਰਹਿਤਨਾਮੇ ਦੇ ਵਿੱਚ ਵੀ ਇੱਕ ਦਾ ਜ਼ਿਕਰ ਆਉਂਦਾ ਹੈ 5 ਸਿੱਖ ਮਿਲ ਕਰ ਰਹਿਤ ਵਿਵੇਕ ਕਾ ਗੁਰਮਤਿ ਕਰੇ ਭਾਈ ਦਿਆਲ ਸਿੰਘ ਦਾ ਰਹਿਤਨਾਮਾ ਦੇ ਵਿੱਚ ਸਾਨੂੰ ਉਹਦਾ ਹਵਾਲਾ ਮਿਲਦਾ ਹੈ ਗੁਰਮਤਿ ਕਰਨ ਦੀ ਵਿਧੀ ਦਾ ਪਰ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਗੁਰਮਤਿ ਕਰਨਾ ਹੈ ਕਿਉਂਕਿ ਸਾਡੇ ਜੋ ਪੰਥ ਨੇ ਹਦਾਇਤ ਕੀਤੀ ਹੈ ਇਸ ਲਈ ਇਸ ਦਾ ਅਧਿਕਾਰੀ ਪੰਥ ਦਾ ਚੁਣਿਆ ਹੋਇਆ ਸ਼੍ਰੋਮਣੀ ਜੱਥਾ ਜਿਵੇਂ ਅੱਜ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਗੁਰੂ ਪੰਥ ਦਾ ਪ੍ਰਤੀਨਿਧ ਇਕੱਠ ਸਰਬੱਤ ਖਾਲਸੇ ਦੇ ਰੂਪ ਵਿੱਚ ਇਹ ਕਰ ਸਕਦਾ ਹੈ ਇਹ ਅੱਜ ਕੱਲ ਸ਼੍ਰੋਮਣੀ ਕਮੇਟੀ ਆਪਣੇ ਆਪ ਨੂੰ ਗੁਰੂ ਪੰਥ ਦਾ ਚੁਣਿਆ ਹੋਇਆ ਪ੍ਰਤੀਨਿਧ ਇਕੱਠ ਜਾਂ ਪ੍ਰਤੀਨਿਧ ਜਥੇਬੰਦੀ ਮੰਨਦੀ ਹੈ ਜਿਹਦੇ ਕਰਕੇ ਬਹੁਤੇ ਮਤੇ ਗੁਰਮਤਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਕਰਦੀ ਹੈ ਤੇ ਪ੍ਰਾਚੀਨ ਨਵੀਨ ਪੰਥ ਪ੍ਰਕਾਸ਼ ਦੇ ਵਿੱਚ ਵੀ ਜਿਹੜਾ ਉਹਦਾ ਚੈਪਟਰ 64 ਹੈ 64 ਨੰਬਰ ਹੈ ਉਹਦੇ ਵਿੱਚ ਵੀ ਗੱਲ ਆਉਂਦੀ ਜ਼ਮਾਮ ਮਰਦ ਸੂਰਬੀਰ ਅਤ ਸਤਵਾਦੀ ਅਤ ਕਾਦੀ ਗੁਰਮਤ ਕਾਮ ਪਰਤ ਕਾ ਜੋ ਕਿ ਸਤਬ ਦੀ ਕਰਤ ਗੁਰਮਤਾ ਮਿਲ ਕਰ ਸਭ ਹੀ ਜਥੇਦਾਰ ਕੋ ਕਿਛ ਕਹਿ ਦਿੱਤਾ ਜਥੇਦਾਰ ਜੋ ਕੁਛ ਕਹਿ ਦਿੱਤਾ ਸੋਈ ਪੰਥ ਮਾਨ ਸਭ ਲੇਤਾ ਵੀ ਉਹਦੇ ਵਿੱਚੋਂ ਜੱਥਾ ਆਪਣੇ 5 ਸਿੰਘ ਹੁੰਦੇ ਸਨ ਉਹਨਾਂ ਵਿੱਚੋਂ ਕੀਤੇ ਮੁਤਾਬਕ ਕੋਈ ਆਪਣੇ ਜਥੇਦਾਰ ਚੁਣ ਲੈਂਦੇ ਸਨ ਤੇ ਉਹ ਫਿਰ ਜੋ ਨਿਰਣਾ ਹੁੰਦਾ ਉਹ ਸਾਰੇ ਫਿਰ ਮੰਨ ਲੈਂਦੇ ਸੀ ਇਕੱਠ ਦਾ ਇਸ ਦਾ ਪਾਸ ਕੀਤਾ ਜਿਹੜਾ ਗੁਰਮਤਾ ਸੀ ਜਥੇਦਾਰ ਉੱਚੀ ਆਵਾਜ਼ ਦੇ ਵਿੱਚ ਪੜ੍ਹ ਕੇ ਸੁਣਾ ਦਿੰਦਾ ਤੇ ਸਾਰੇ ਫਿਰ ਦਿਲ ਜਾਨ ਦੇ ਨਾਲ ਉਹਦੀ ਜਿਹੜੀ ਸੀ ਤਮੀਲ ਕਰਦੇ ਜਥੇ ਦੀ ਤਮੀਲ ਕਰਦੇ ਸੀ ਇਹਦੇ ਬਾਅਦ ਲਈ ਸਾਨੂੰ ਹੋਰ ਵੀ ਕੁਝ ਹਵਾਲੇ ਪ੍ਰਾਤਨ ਮਿਲਦੇ ਹਨ ਜਿਨ੍ਹਾਂ ਤੋਂ ਵੀ ਸਾਨੂੰ ਇਹ ਗੱਲ ਸਮਝ ਆਉਂਦੀ ਹੈ ਵੀ ਇਹ ਗੁਰਮਤਾ ਕੀ ਚੀਜ਼ ਹੈ 1817 ਦੇ ਵਿੱਚ ਇੱਕ ਅੰਗਰੇਜ਼ ਲਿਖਾਰੀ ਕਰਾਫਰਡ ਦੀ ਲਿਖੀ ਕਿਤਾਬ ਐਂਸ਼ੀਐਂਟ ਐਂਡ ਮਾਡਰਨ ਇੰਡੀਆ ਵਿੱਚ ਗੁਰਮਤਿ ਬਾਰੇ ਜ਼ਿਕਰ ਕੀਤਾ ਗਿਆ ਹੈ ਇਹ ਗੁਰੂ ਪੰਥ ਵੱਲੋਂ ਜਾਂ ਇਹ ਕਹਿ ਲਈਏ ਵੀ ਇਹ ਕਹਿੰਦੇ ਇਹ ਗੁਰਮਤਿ ਗੁਰੂ ਪੰਥ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੋਧਿਆ ਜਾਂਦਾ ਸੀ ਜੋ ਉਹਦੇ ਲਫ਼ਜ਼ ਹਨ ਕਰਾਫਰਡ ਐਂਸ਼ੀਐਂਟ ਐਂਡ ਦੀ ਮਾਡਰਨ ਇੰਡੀਆ 1870 ਦੇ ਵਿੱਚ ਪੇਜ ਨੰਬਰ 346 355 356 ਦੇ ਉੱਤੇ ਇਹਦੇ ਬਾਰੇ ਜ਼ਿਕਰ ਕੀਤਾ
The Gurmata is summoned only when the nation is threatened with war or when something may occur to require the combined efforts of the different chiefs. When the assembly has met and chiefs are seated, the Adi Granth are placed before them, to which they all bend their heads, taking God to witness their intention to observe what is ordained by them. ਵੀ ਕੀ ਉਹਨਾਂ ਨੇ ਕਰਨਾ ਇਹ ਸਾਰਾ ਉਹਦੇ ਵਿੱਚ ਲਿਖਿਆ ਗਿਆ ਹੈ। ਤੇ ਉਹਦੇ ਨਾਲ ਹੀ ਲਿਖਾਰੀ ਨੇ ਜਿਹੜਾ ਗੱਲ ਲਿਖੀ ਉਹਦੇ ਨਾਲ ਉਹ ਲਿਖਦਾ ਵੀ ਹੈ ਕਿ ਅੰਮ੍ਰਿਤ ਸੰਸਾਰ ਵੇਲੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਸੀ ਹੁੰਦਾ ਤੇ ਸਵੇਰੇ ਸ਼ਾਮ ਪਾਠ ਕਰਨ ਦਾ ਹਦਾਇਤ ਵੀ ਜਿਹੜੀ ਸੀ ਕੀਤੀ ਗਈ। ਕਈ ਵਾਰੀ ਲਿਖਾਰੀਆਂ ਜਾਂ ਸੰਸਥਾਵਾਂ ਦੇ ਗੁਰਬਾਣੀ ਬਾਰੇ ਲਿਖੀਆਂ ਪੁਸਤਕਾਂ ਦਾ ਸਰਲੇਖ ਨਿਰਣਾ ਦੇ ਕੇ ਅਸੀਂ ਗੁਰਬਾਣੀ ਦੀ ਹੋਂਦ ਬਾਰੇ ਫੈਸਲੇ ਲਿਖ ਦਿੰਦੇ ਹਾਂ, ਪਰ ਇਹ ਨਿਰਣਾ ਲਿਖਣ ਦਾ ਹੱਕ ਜਿਹੜਾ ਹੈ ਨਹੀਂ ਹੋ ਸਕਦਾ। ਨਿਰਣਾ ਕੋਈ ਇੰਡੀਵਿਜੂਅਲ ਵਿਅਕਤੀ ਨਹੀਂ ਕਰ ਸਕਦਾ, ਭਾਵੇਂ ਅਸੀਂ ਹਾਂ, ਜਥੇਬੰਦੀ ਹੈ ਜਾਂ ਵਿਅਕਤੀ ਹੈ। ਨਿਰਣਾ ਹੱਕ ਕਰਨ ਦਾ ਹੱਕ ਕੇਵਲ ਗੁਰੂ ਪੰਥ ਦੇ ਕੋਲ ਹੈ। ਅਸੀਂ ਇਹ ਵੀ ਦੇਖਦੇ ਹਾਂ ਕਿ ਆਮ ਤੌਰ ਤੇ ਸਥਾਨਕ ਜਥੇਬੰਦੀ ਜਾਂ ਧੜਿਆਂ ਵੱਲੋਂ ਕੀਤੇ ਇਕੱਠ ਵਿੱਚ ਪਾਸ ਕੀਤੇ ਮਤਿਆਂ ਨੂੰ ਵੀ ਕਈ ਵਾਰੀ ਗੁਰਮਤਾ ਕਹਿ ਦਿੰਦੇ ਆ। ਇਹ ਸਹੀ ਨਹੀਂ ਹੈ, ਇਹ ਠੀਕ ਨਹੀਂ ਹੈ, ਕਿਉਂਕਿ ਗੁਰਮਤਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਸੰਸਥਾ ਹੈ। ਗੁਰਮਤਾ ਗੁਰੂ ਦੀ ਆਗਿਆ ਦੇ, ਗੁਰੂ ਦੇ ਹੁਕਮ ਦੇ ਬਰਾਬਰ ਹੋ ਜਾਂਦਾ ਹੈ। ਪਿਛਲੇ ਪਿਛੋਕੜ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਗੁਰਮਤੀ ਦੀ ਬਹੁਤ ਜ਼ਿਆਦਾ ਮਹਾਨਤਾ ਸੀ। ਇੱਥੇ ਜਿਹੜੀ ਗੱਲ ਸਾਨੂੰ ਸਮਝ ਆਉਂਦੀ ਹੈ ਵੀ ਇਹ ਗੱਲਬਾਤ ਜਿਹੜੀ ਹੈ ਇਹ ਗੁਰਮਤਾ ਇੱਕ ਛੋਟੀ ਮੋਟੀ ਚੀਜ਼ ਨਹੀਂ ਹੈ। ਹੁਣ ਇਹਦੀ ਦੂਜੀ ਮੱਤ ਜਿਹੜੀ ਹੈ ਉਹ ਹੈ ਵੀ ਗੁਰਮਤਾ ਕੇਵਲ ਗੁਰੂ ਪੰਥ ਦਾ ਚੁਣਿਆ ਹੋਇਆ ਸ਼੍ਰੋਮਣੀ ਜੱਥਾ ਜਾਂ ਗੁਰੂ ਪੰਥ ਦਾ ਪ੍ਰਤੀਨਿਧੀ ਇਕੱਠ ਹੀ ਕਰ ਸਕਦਾ ਹੈ। ਜਾਂ ਮੌਜੂਦਾ ਕਾਲ 'ਚ ਅਸੀਂ ਇਹ ਗੱਲ ਕਰ ਲਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਪਰਿਭਾਸ਼ਾ ਦੇ ਨੇੜੇ ਤੇੜੇ ਵੀ ਨਹੀਂ ਜਾ ਸਕਦੀ। ਇਸ ਦਾ ਕਾਰਨ ਕੀ ਹੈ? ਕਾਰਨ ਬੜਾ ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਦੀ ਕਾਇਮੀ ਸਮੁੱਚੀ ਸਿੱਖ ਕੌਮ ਦੀ ਸਾਂਝੀ ਜੱਦੋ-ਜਹਿਦ ਅਤੇ ਅਥਾਹ ਕੁਰਬਾਨੀਆਂ ਸਦਕਾ ਹੋਈ ਹੈ। ਐਵੇਂ ਨਹੀਂ ਹੋਈ। ਇਹ ਕਿਸੇ ਧੜੇ, ਜੱਥੇ, ਡੇਰੇ ਜਾਂ ਕਿਸੇ ਵਿਅਕਤੀਗਤ ਵਿਰਾਸਤ ਇਨਹੈਰੀਟੈਂਸੀ ਕੰਮ ਨਹੀਂ ਹੈ। ਸ਼੍ਰੋਮਣੀ ਕਮੇਟੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ, ਨਾ ਹੀ ਕਿਸੇ ਦਾ ਨਿੱਜੀ ਹੱਕ ਤੇ ਬਣਦਾ, ਨਾ ਹੀ ਕਿਸੇ ਦਲ ਦਾ ਜਾਂ ਕਿਸੇ ਪਾਰਟੀ ਦਾ ਨਿੱਜੀ ਹੱਕ ਬਣਦਾ। ਪਰ ਕਿਉਂਕਿ ਵੋਟਾਂ ਦੀ ਰਾਜਨੀਤੀ ਹੈ ਤੇ ਵੋਟਾਂ ਦੀ ਇਸ ਰਾਜਨੀਤੀ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਇਹਦੇ ਵਿੱਚ ਉਹੀ ਆਗੂ ਅੱਗੇ ਆਉਂਦੇ ਨੇ ਜਿਹੜੇ ਹਮੇਸ਼ਾ ਵੱਧ ਪੈਸਾ ਖਰਚ ਲੈਂਦੇ ਨੇ, ਵੱਧ ਨਸ਼ੇ ਵਰਤ ਲੈਂਦੇ ਨੇ, ਬੜਾ ਬਣ ਦਿੰਦੇ ਹਨ, ਵੱਧ ਪੈਸਾ ਖਰਚਦੇ ਆ, ਵੱਧ ਤਾਕਤ ਹੈ ਜਿਨ੍ਹਾਂ ਦੇ ਕੋਲ, ਉਹੀ ਜ਼ਿਆਦਾ ਅੱਗੇ ਆਉਂਦੇ ਨੇ। ਤੋ ਇਹ ਜਿਹੜਾ ਵੋਟਾਂ ਦਾ ਸਿਸਟਮ ਸਾਡੀ ਝੋਲੀ 'ਚ ਪੈ ਗਿਆ ਜਾਂ ਪਾ ਦਿੱਤਾ ਗਿਆ, ਇਹ ਬਹੁਤ ਵੱਡੀ ਸਾਡੀ ਉਕਾਈ ਹੋ ਗਈ। ਇਸ ਇਲੈਕਸ਼ਨ ਸਿਸਟਮ ਨੇ ਸਾਡੇ ਸਿਲੈਕਸ਼ਨ ਸਿਸਟਮ ਨੂੰ ਖਤਮ ਕਰਕੇ ਰੱਖ ਦਿੱਤਾ। ਜਦ ਕਿ ਸਿੱਖੀ ਵਿੱਚ ਇਲੈਕਸ਼ਨ ਸਿਸਟਮ ਹੈ ਨਹੀਂ ਸੀ, ਇੱਥੇ ਸਿਲੈਕਸ਼ਨ ਸਿਸਟਮ ਚੱਲਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਪੰਥ ਦੀ ਉਸਾਰੀ ਕੀਤੀ, ਪੰਥ ਬਣਾਇਆ, ਤਾਂ ਉਹਨਾਂ ਨੇ ਕਿਤੇ ਵੀ ਇਲੈਕਸ਼ਨ ਕਰਕੇ ਜਾਂ ਚੋਣ ਕਰਕੇ ਨਹੀਂ ਬਣਾਇਆ। ਉਹਨਾਂ ਨੇ ਸਿਲੈਕਸ਼ਨ ਕੀਤੀ ਹੈ। ਸੀਸ ਭੇਟ ਕਰਨ ਵਾਲਿਆਂ ਤੋਂ ਸਿਲੈਕਟ ਕੀਤਾ ਗਿਆ, ਆਪਾਂ ਅਰਪਣ ਕਰਨ ਵਾਲਿਆਂ ਨੂੰ ਸਿਲੈਕਟ ਕੀਤਾ ਗਿਆ। ਪਰ ਇਸ ਵੋਟਾਂ ਦੀ ਰਾਜਨੀਤੀ ਵਿੱਚ ਅਸੀਂ ਵੇਖਦੇ ਹਾਂ ਕਈ ਸ਼ਰਾਬ ਪੀਣ ਵਾਲੇ, ਕਈ ਪਤਤ ਵੀ, ਔਰ ਕਈ ਐਸੀਆਂ ਕਿਰਦਾਰ ਵਜੋਂ ਵੀ ਐਸੀਆਂ ਗੱਲਾਂ ਕਰਨ ਵਾਲੇ ਜਿਨ੍ਹਾਂ ਦਾ ਸਾਰੀ ਦੁਨੀਆ ਨੂੰ ਪਤਾ ਹੁੰਦਾ ਹੈ, ਉਹ ਵੀ ਇਸ ਰਾਜਨੀਤੀ ਵਿੱਚ ਆ ਕੇ ਮੈਂਬਰ ਬਣ ਜਾਂਦੇ ਨੇ। ਤੋ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਤਾਂ ਫਿਰ ਇਸ ਹਾਲਾਤ ਵਿੱਚ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਇਹ ਪ੍ਰਤੀਨਿਧੀਆਂ ਦਾ ਇਕੱਠ ਜਿਹੜਾ ਹੈ ਸਿੱਖ ਪੰਥ ਦਾ ਹੋ ਸਕਦਾ ਹੈ। ਹਾਲਾਂਕਿ SGPC ਆਪਣੇ ਆਪ ਨੂੰ ਇਹ ਗੱਲ ਕਹਿੰਦੀ ਹੈ। ਬੇਨਤੀ ਹੈ, SGPC ਇੱਕ ਸੰਸਥਾ ਹੈ, ਚੰਗੀ ਸੰਸਥਾ ਚੰਗੇ ਵਿਅਕਤੀਆਂ ਦੇ ਹੱਥ 'ਚ ਹੋਣੀ ਜ਼ਰੂਰੀ ਹੈ। ਅਸੀਂ ਇਸ ਤੋਂ ਇਨਕਾਰ ਨਹੀਂ ਕਰਦੇ ਵੀ SGPC ਦੀ ਹੋਂਦ ਨਹੀਂ ਹੈ। SGPC
ਸਮੁੱਚੇ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਲਈ ਇਹ ਸੰਸਥਾ ਬਣਾਈ ਗੁਰੂ ਪੰਥ ਨੇ ਬਣਾਈ ਸੀ, ਵੱਖ-ਵੱਖ ਧੜਿਆਂ ਨੇ ਇਕੱਠੇ ਹੋ ਕੇ ਬਣਾਈ ਸੀ। ਇਹ ਕੇਵਲ ਸਾਡੇ ਇੰਡੀਵਿਜੂਅਲ ਜਾਂ ਜਾਤੀ ਵਿਚਾਰਾਂ ਦੀ ਗੱਲ ਜਿਹੜੀ ਹੈ ਉਹ ਨਹੀਂ ਹੈ। ਇਸ ਵਾਸਤੇ ਅਸੀਂ ਇਹ ਗੱਲ ਕਹਿ ਲਈਏ ਵੀ ਇਹ ਸਾਰੇ ਪੰਥ ਦੀ ਪਰਗਨਿਤ ਜਮਾਤ ਹੈ ਜਿਹੜੀ ਅੱਜ ਕੱਲ੍ਹ ਘੁੰਮਦੀ ਹੈ, ਪਰ ਇਹਦੇ ਵਿੱਚ ਸੱਚਾਈ ਜਿਹੜੀ ਹੈ ਉਹ ਹੈ ਨਹੀਂ। ਇਹਦੇ ਪ੍ਰਬੰਧ ਵਿੱਚ ਗੁਰੂ ਪੰਥ ਦੀਆਂ ਆਸਾਂ ਜਿਹੜੀਆਂ ਹਨ, ਗੁਰੂ ਪੰਥ ਦੀ ਜਿਹੜੀਆਂ ਖਾਸ਼ਾਂ ਹਨ, ਗੁਰੂ ਪੰਥ ਦੇ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਸਾਡੀ ਝੋਲੀ 'ਚ ਪਾਇਆ ਹੈ, ਗੁਰੂ ਪੰਥ ਦਾ ਨਿਯਮ ਜੋ ਹਨ, ਇਹਦੇ 'ਚ ਕਈ ਉਣਤਾਈਆਂ ਇਹਦੇ ਵਿੱਚ ਜਿਹੜੀਆਂ ਇਸ ਕਮੇਟੀ ਜਾਂ ਇਸ ਸਿਸਟਮ ਵਿੱਚ ਆ ਗਈਆਂ ਨੇ। ਪਰ ਇਹ ਗੱਲ ਕਹਿ ਸਕਦੇ ਹਾਂ ਵੀ ਇੱਕ ਸੰਸਥਾ ਹੈ ਜਿਸ ਨੂੰ ਪੰਥ ਦੀ ਅਸੀਂ ਨੁਮਾਇੰਦਾ ਜਮਾਤ ਕਹਿ ਸਕਦੇ ਹਾਂ। ਤਾਂ ਇੱਥੇ ਸੰਸਥਾ ਨੂੰ ਸੁਧਾਰਨ ਦੀ ਲੋੜ ਹੈ, ਨਾ ਕਿ ਸੰਸਥਾ ਨੂੰ ਖਤਮ ਕਰਨ ਦੀ ਲੋੜ ਹੈ। ਆਏ ਹੋਏ ਨਿਗਾਰ ਨੂੰ ਦੂਰ ਕਰਨ ਦੀ ਲੋੜ ਹੈ। ਤਾਂ ਤਕਰੀਬਨ 100 ਸਾਲ ਦੇ ਇਸ ਇਤਿਹਾਸ ਦੇ ਵਿੱਚ, 100 ਸਾਲ ਤੋਂ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ, ਤਾਂ 100 ਸਾਲ ਦੇ ਇਤਿਹਾਸ ਦੇ ਵਿੱਚ ਇਸ ਸੰਸਥਾ ਨੇ ਬੜੇ ਉਤਾਰ ਚੜ੍ਹਾਅ ਵੀ ਦੇਖੇ, ਪਰ ਫਿਰ ਵੀ ਮੁੱਢਲਾ ਸਰੂਪ ਜਿਹੜਾ ਸੀ ਉਹ ਕਾਇਮ ਰੱਖਿਆ ਹੀ ਹੈ। ਇਸ ਦੇ ਪ੍ਰਬੰਧ ਤੇ ਪ੍ਰਬੰਧਕਾਂ ਦੇ ਵਿੱਚ ਕਮੀਆਂ, ਖਾਮੀਆਂ, ਊਣਤਾਈਆਂ ਹਨ। ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਸਮੁੱਚਾ ਗੁਰੂ ਪੰਥ ਆਪਣਾ ਹੱਕ ਵਰਤ ਕੇ ਸੁਧਾਰ ਲਿਆ ਸਕਦਾ। ਮਾਸਟਰ ਤਾਰਾ ਸਿੰਘ ਜੀ ਕਿਹਾ ਕਰਦੇ ਸੀ ਕਿ ਜੇਕਰ ਕਿਸੇ ਗੁਰਦੁਆਰੇ ਦਾ ਗ੍ਰੰਥੀ ਮਾੜਾ ਹੈ ਤਾਂ ਉਸ ਨੂੰ ਬਦਲਣਾ ਚਾਹੀਦਾ ਹੈ, ਨਾ ਕਿ ਗੁਰਦੁਆਰੇ ਨੂੰ ਹੀ ਢਾ ਦਿੱਤਾ ਜਾਏ। ਕਿ ਮਾਸਟਰ ਤਾਰਾ ਸਿੰਘ ਜੀ ਦੇ ਇਹ ਬੋਲ ਵੀ ਬੜੇ ਕਮਾਲ ਦੇ ਨੇ ਵੀ ਜੇ ਕਿਸੇ ਸੰਸਥਾ ਦਾ ਮੁਖੀ ਮਾੜਾ ਹੈ ਤਾਂ ਸੰਸਥਾ ਦੇ ਮੁਖੀ ਨੂੰ ਬਦਲਣਾ ਚਾਹੀਦਾ ਹੈ, ਨਾ ਕਿ ਸੰਸਥਾ ਨੂੰ ਹੀ ਖਤਮ ਕਰ ਦਿੱਤਾ ਜਾਏ। ਇਸੇ ਤਰ੍ਹਾਂ ਇਹ ਨਿਯਮ ਵੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹੀ ਪੂਰੀ ਤਰ੍ਹਾਂ ਲਾਗੂ ਹੋਣਾ ਚਾਹੀਦਾ ਹੈ। ਤਾਂ ਸੈਂਕੜੇ ਆਪਾਂ ਦੇਖਦੇ ਜੇ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਵੇਖਦੇ ਹਾਂ, ਹਜ਼ਾਰਾਂ ਹੀ ਡੇਰਿਆਂ, ਮਸੰਦਾਂ, ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਕੇ ਗੁਰੂ ਪੰਥ ਨੇ ਇਸ ਨੂੰ ਕਾਇਮ ਕੀਤਾ। ਇਹਦੇ 'ਚ ਖੂਨ ਡੁੱਲਿਆ ਹੋਇਆ ਗੁਰੂ ਕੇ ਦੁਲਾਰਿਆਂ ਦਾ। ਇਹਦੀ ਕਾਇਮੀ ਲਈ ਗੁਰੂ ਪੰਥ ਦੇ ਦੁਲਾਰਿਆਂ ਦਾ ਖੂਨ ਲੱਗਾ ਹੋਇਆ। ਆਪਣੇ ਪਿੰਡੇ ਦੇ ਝੱਲੀਆਂ ਹੋਈਆਂ ਮਾਰਾਂ ਹਨ ਇਹਦੀ ਕਾਇਮੀ ਦੇ ਲਈ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਇਮ ਕਰਨ ਲਈ ਆਪਣੇ ਪਿੰਡੇ ਦੇ ਝੱਲੇ ਹੋਏ ਅਜੇ ਵੀ ਜ਼ਖਮਾਂ ਦੇ ਨਿਸ਼ਾਨ ਹਨ। ਤੇ ਇਹਦੀ ਹੋਂਦ ਨੂੰ ਬਚਾਉਣ ਦੇ ਲਈ ਗੁਰੂ ਕੇ ਬਾਗ ਦੀਆਂ ਜੋ ਡਾਂਗਾਂ ਬਾਅਦ ਵਿੱਚ ਪਈਆਂ 1924 ਦੇ ਵਿੱਚ ਜਾ ਕੇ, ਗੁਰੂ ਕੇ ਬਾਗ ਦੀਆਂ ਡਾਂਗਾਂ ਦੇ ਜੇ ਬਜ਼ੁਰਗ ਤੁਹਾਨੂੰ ਮਿਲ ਜਾਣ ਕੋਈ, ਉਹਨਾਂ ਦੇ ਪਿੰਡੇ ਤੇ ਅਜੇ ਵੀ ਉਹਨਾਂ ਦੇ ਨਿਸ਼ਾਨ ਹੋਣਗੇ ਇਹਦੀ ਹੋਂਦ ਨੂੰ ਬਚਾਉਣ ਦੇ ਲਈ। ਬੜੀਆਂ ਕੁਰਬਾਨੀਆਂ ਜਿਹੜੀਆਂ ਸਿੱਖਾਂ ਨੇ ਕੀਤੀਆਂ। ਜੇਕਰ ਅੱਜ ਅਸੀਂ ਇਹਨੂੰ ਕਹਿ ਦਈਏ ਲੋ ਜੀ ਸ਼੍ਰੋਮਣੀ ਕਮੇਟੀ ਦੀ ਹੋਂਦ ਹੀ ਨਹੀਂ ਜਾਂ ਇਹ ਕੋਈ ਹੈ ਹੀ ਕੁਛ ਨਹੀਂ, ਤਾਂ ਫਿਰ ਨਿੱਜੀ ਅਦਾਰਿਆਂ ਦੇ ਵਿੱਚ ਫਿਰ ਗੁਰਦੁਆਰੇ ਜਿਹੜੇ ਨੇ ਤਬਦੀਲ ਹੋ ਜਾਣਗੇ। ਡੇਰੇ ਮਹੰਤਾਂ ਦੇ ਦੂਜਿਆਂ ਦੇ ਕਬਜ਼ਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਚੱਲ ਜਾਏਗੀ ਔਰ ਕਿਤੇ ਕੋਈ ਮਰਿਆਦਾ ਵੀ ਕਾਇਮ ਨਹੀਂ ਰਹਿ ਸਕੇਗੀ। ਹਾਲਾਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਵਿੱਚ ਪੂਰੀ ਤਰ੍ਹਾਂ ਸਿੱਖ ਰਹਿਤ ਮਰਿਆਦਾ ਲਾਗੂ ਹੈ। ਬਹੁਤ ਉਣਤਾਈਆਂ ਹਨ। ਈਵਨ ਸਾਡੇ ਕੇਂਦਰੀ ਸਥਾਨਾਂ ਦੇ ਉੱਤੇ ਵੀ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਪਰ ਇਹ ਨਹੀਂ ਅਸੀਂ ਕਹਿ ਸਕਦੇ ਵੀ ਇਹ ਰਹਿਤ ਮਰਿਆਦਾ ਗਲਤ ਹੈ ਜਾਂ ਰਹਿਤ ਮਰਿਆਦਾ 'ਚ ਉਣਤਾਈ ਹੈ। ਹਾਂ, ਸਾਡੇ ਲਾਗੂ ਕਰਨ ਵਿੱਚ ਉਣਤਾਈਆਂ ਹਨ, ਸਾਡੇ ਸਿਸਟਮ ਵਿੱਚ ਉਣਤਾਈਆਂ ਹਨ, ਸਾਡੀ ਕਮਜ਼ੋਰੀਆਂ ਹਨ ਜਿਨ੍ਹਾਂ ਕਰਕੇ ਅਸੀਂ ਲਾਗੂ ਨਹੀਂ ਕਰ ਸਕੇ। ਲੇਕਿਨ ਅਸੀਂ ਇਸ ਸਿਸਟਮ ਨੂੰ ਜਾਂ ਗੁਰੂ ਪੰਥ ਦੇ ਉਸ ਅਖਤਿਆਰ ਨੂੰ ਅਸੀਂ ਇਹ ਕਦੀ ਨਹੀਂ ਕਹਿ ਸਕਦੇ ਵੀ ਗੁਰੂ ਸਾਹਿਬ ਨੇ ਨਹੀਂ ਦਿੱਤਾ। ਇਹ ਉਹ ਗੁਰੂ ਪੰਥ ਹੈ ਜਿਹਦੇ ਅੱਗੇ ਸਤਿਗੁਰੂ ਜੀ ਆਪ ਸੀਸ ਨਿਵਾਉਂਦੇ ਰਹੇ। ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਗੁਰੂ ਪੰਥ ਅੱਗੇ ਆਪ ਖੰਡੇ ਬਾਟੇ ਦੀ ਪਹੁਲ ਲੈਣ ਲਈ ਸੀਸ ਨਿਵਾਇਆ। ਦੂਜੀ ਵਾਰੀ ਗੁਰੂ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਇਸ ਗੁਰੂ ਪੰਥ ਦੀ ਆਗਿਆ ਮੰਨ ਕੇ ਚਮਕੌਰ ਦੀ ਗੜੀ ਖਾਲੀ ਕੀਤੀ, ਫਿਰ ਸੀਸ ਨਿਵਾਇਆ। ਤੀਜੀ ਵਾਰੀ ਇਸੇ ਗੁਰੂ ਪੰਥ ਨੂੰ
ਜਿਸ ਨਾਲ ਪੂਰੀ ਤਰ੍ਹਾਂ ਸੰਪੂਰਨ ਹੋ ਗਿਆ ਸੀ, ਗੁਰਾਂ ਨਾਲ ਭਰ ਗਿਆ ਸੀ, ਗੁਰੂ ਗ੍ਰੰਥ ਦੇ ਨਾਲ ਗੁਰਤਾ ਗੱਦੀ ਤੇ ਸ਼ਿਲੋਭਿਤ ਕਰ ਦਿੱਤਾ। ਪਰ ਉੱਥੇ ਕੋਈ 5 ਬੰਦੇ ਚੁਣ ਕੇ ਨਹੀਂ, ਜਾਂ ਉਹ ਆਪਾਂ ਪੰਜੇ ਹਰ ਵਾਰੀ ਬੈਠ ਜਾਈਏ, ਉਹੀ ਫੈਸਲੇ ਕਰੀ ਜਾਈਏ। ਉੱਥੇ ਦਾ ਐਨੀ 5 ਬਟ ਦਾ ਬੈਸਟ 5 ਗੁਰੂ ਪੰਥ ਦਾ ਜਿਹੜਾ ਖਿਤਾਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਦਿੱਤਾ। ਤੋ ਅੱਜ ਜੋ ਕੁਝ ਸਾਡੇ ਕੋਲ ਹੈ, ਜੋ ਸਾਡੇ ਕੋਲ ਵਾਪਰ ਰਿਹਾ ਹੈ, ਜੋ ਚੀਜ਼ਾਂ ਸਾਡੇ ਸਾਹਮਣੇ ਨਜ਼ਰ ਆਉਂਦੀਆਂ ਹਨ, ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਇਹਨਾਂ ਸੰਸਥਾਵਾਂ ਦੇ ਵਜੂਦ ਨੂੰ ਅਸੀਂ ਖਤਮ ਕਰ ਦਿਆਂਗੇ, ਕਈ ਵਾਰੀ ਅਸੀਂ ਕਹਿੰਦੇ ਹੁਣ ਤਾਂ ਅਕਾਲ ਤਖਤ ਦੀ ਲੋੜ ਹੀ ਨਹੀਂ ਜੀ, ਉਦੋਂ ਲੋੜ ਸੀ, ਅੱਜ ਵੀ ਉਨੀ ਲੋੜ ਹੈ, ਅੱਜ ਵੀ ਉਨਾ ਹੀ ਅਕਾਲ ਤਖਤ ਸਾਡੇ ਲਈ ਜ਼ਰੂਰੀ ਹੈ ਜਿੰਨਾ ਗੁਰੂ ਹਰਗੋਬਿੰਦ ਸਾਹਿਬ ਦੇ ਜ਼ਰੂਰੀ ਸੀ, ਕਿਉਂਕਿ ਸਾਡੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਇਹ ਸਾਡੀ ਪੀਰੀ ਤੇ ਮੇਰੀ ਦਾ ਝੂਲਦੇ ਹੋਏ ਨਿਸ਼ਾਨ ਸਾਡੇ ਇਸ ਸੰਸਾਰ ਦੇ ਵਿੱਚ ਸਾਡੇ ਸੰਦੇਸ਼ ਨੂੰ ਪਹੁੰਚਾਉਂਦੇ ਹਨ। ਇਹ ਗੱਲ ਕਹਿ ਦਈਏ ਵੀ ਅੱਜ ਅਕਾਲ ਤਖਤ ਸਾਹਿਬ ਦੀ ਲੋੜ ਨਹੀਂ, ਮੈਂ ਬੇਨਤੀ ਕਰ ਰਿਹਾ ਹਾਂ ਸਾਡੇ ਸਿਸਟਮ ਵਿੱਚ ਊਨਤਾ ਹੀ ਹੈ, ਅਕਾਲ ਤਖਤ ਦੇ ਪ੍ਰਬੰਧ ਵਿੱਚ ਊਨਤਾ ਹੀ ਹੈ, ਉੱਥੋਂ ਦੇ ਆਗੂਆਂ ਨੂੰ ਲਾਉਣ ਵਿੱਚ ਤੇ ਹਟਾਉਣ ਵਿੱਚ ਸਾਡੀਆਂ ਊਨਤਾਈਆਂ ਹਨ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਜਿਹੜੀ ਸੰਸਥਾ ਉਹਨੂੰ ਅਸੀਂ ਖਤਮ ਕਰ ਦੇਈਏ। ਅਕਾਲ ਤਖਤ ਆਪਣੇ ਆਪ ਵਿੱਚ ਇੱਕ ਸੰਸਥਾ ਹੈ ਤੇ ਉਹਦੇ ਸਰੂਪ ਨੂੰ ਵੀ ਕਾਇਮ ਰੱਖਣਾ ਸਾਡੇ ਲਈ ਜ਼ਰੂਰੀ ਹੈ। ਇਸੇ ਤਰ੍ਹਾਂ ਹੀ SGPC ਜਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੇ ਹਨ, ਕਮੀਆਂ ਕਮਜ਼ੋਰੀਆਂ ਸਾਡੀਆਂ ਹਨ, ਪ੍ਰਬੰਧ ਦੀਆਂ ਹਨ, ਨਾ ਕਿ ਸੰਸਥਾ ਦੇ ਵਿੱਚ ਕਮੀਆਂ ਹੁੰਦੀਆਂ ਹਨ। ਤੇ ਜੇ ਅਸੀਂ ਇਹ ਕੰਮ ਕਰ ਦਿੱਤਾ, ਇਹਨਾਂ ਦੀ ਲੋੜ ਨਹੀਂ, ਇਹ ਦੂਜਿਆਂ ਦਾ ਕਬਜ਼ਾ ਕਰਾ ਦਿਓ, ਅੱਗੇ ਹੀ ਤਰਲੋ ਮੱਛੀ ਹੋ ਰਹੀਆਂ ਨੇ ਇੰਸਟੀਟਿਊਸ਼ਨਸ ਦੂਜੀਆਂ, ਕਿ ਕਿਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਸਾਡੇ ਹੱਥ 'ਚ ਆ ਜਾਏ ਤੇ ਫਿਰ ਅਸੀਂ ਮਨ ਚਾਹੇ ਫੈਸਲੇ ਇੱਥੋਂ ਕਰਾ ਕੇ, ਹਾਲੇ ਵੀ ਉਹਨਾਂ ਦੇ ਮਨ ਚਾਹੇ ਫੈਸਲੇ ਹੁੰਦੇ ਨੇ ਕਿਉਂਕਿ ਉਹਨਾਂ ਦਾ ਪ੍ਰਭਾਵ ਇੰਨਾ ਪੈ ਚੁੱਕਾ ਹੈ, ਜਿਨ੍ਹਾਂ ਦੇ ਜਿਹੜੇ ਇਸ ਵੇਲੇ ਦਲ ਕਾਬੂ ਨੇ SGPC ਦੇ ਉੱਤੇ, ਜਿਹਨਾਂ ਦਾ ਕੰਟਰੋਲ ਹੈ, ਉਹਨਾਂ ਦਾ ਪ੍ਰਭਾਵ ਉਹਨਾਂ ਨੇ ਇੰਨਾ ਕੁ ਕਬੂਲ ਲਿਆ ਸੀ, ਜਿਹਦੇ ਕਰਕੇ ਇਹ ਪ੍ਰੋਬਲਮ ਜਿਹੜੀਆਂ ਸੀ ਇਹ ਅੱਜ ਵੀ ਸਾਨੂੰ ਆ ਰਹੀਆਂ ਨੇ। ਤੋ ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਬੜੀ ਮੁਸ਼ਕਲ ਨਾਲ ਡੇਰਿਆਂ ਤੋਂ, ਮਹੰਤਾਂ ਤੋਂ ਗੁਰਦੁਆਰਿਆਂ ਨੂੰ ਗੁਰੂ ਪੰਥ ਨੇ ਆਜ਼ਾਦ ਕਰਾਇਆ ਸੀ, ਇਹ ਸੰਸਥਾ ਕਾਇਮ ਕੀਤੀ ਸੀ। ਜੇਕਰ ਇਹ ਸੰਸਥਾ ਸਮਾਪਤ ਹੋ ਜਾਂਦੀ ਹੈ ਤਾਂ ਫਿਰ ਮੁੜ ਨਿੱਜੀ ਅਦਾਰਿਆਂ ਦਾ ਬੋਲਬਾਲਾ ਉੱਥੇ ਹੋ ਜਾਏਗਾ ਤੇ ਨਾ ਕੋਈ ਮਰਿਆਦਾ ਕਾਇਮ ਰਹਿ ਸਕੇਗੀ ਤੇ ਨਾ ਹੀ ਕੋਈ ਪੰਥ ਦਾ ਇੱਕ ਅਸੂਲ ਬਣ ਸਕਣਗੇ। ਜੋ ਇੱਕ ਧੁਰਾ ਹੈ ਸਾਡੀ ਮਰਿਆਦਾ, ਉਹ ਵੀ ਖਤਮ ਹੋ ਜਾਏਗੀ। ਤੋ ਇਸ ਤਰੀਕੇ ਤੋਂ ਜੇ ਅਸੀਂ ਨਿਰਣੇ ਤੇ ਜਾਂ ਫੈਸਲੇ ਦੀ ਗੱਲ ਕਰੀਏ, ਜਾਂ ਇਹ ਸਾਨੂੰ ਸਮਝ ਆਉਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦਾ ਸ਼੍ਰੋਮਣੀ ਜੱਥਾ ਅੱਜ ਕਿਹਾ ਜਾ ਸਕਦਾ ਹੈ। ਆਪਣੀ ਕਾਮੀ ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਗੁਰਮਤਿ ਕਰਦੀ ਆ ਰਹੀ ਹੈ। ਇਸ ਪਰੰਪਰਾ ਵਿੱਚ ਸੁਧਾਰ ਅਤੇ ਨਿਆਰਾਪਨ ਲਿਆਉਣ ਦੀ ਲੋੜ ਹੈ, ਲਿਆਇਆ ਜਾ ਸਕਦਾ ਹੈ। ਆਮ ਸੰਗਤ ਜਾਂ ਇਕੱਤਰਤਾ ਵਿੱਚ ਲੈ ਕੇ ਨਿਰਣਿਆਂ ਨੂੰ ਮਤਾ ਕਹਿ ਸਕਦੇ ਹਾਂ, ਅਸੀਂ ਗੁਰਮਤਾ ਨਹੀਂ ਕਹਿ ਸਕਦੇ। ਇਸ ਵਾਸਤੇ ਸਾਨੂੰ ਇਹਦੇ ਵੱਲ ਖਾਸ ਧਿਆਨ ਕਰਨ ਦੀ ਲੋੜ ਹੈ। ਆਖਰੀ ਮੱਦ ਹੈ ਜੋ ਸਿੱਖ ਰਹਿਤ ਮਰਿਆਦਾ ਦੀ, ਉਹ ਹੈ ਸਥਾਨਕ ਫੈਸਲਿਆਂ ਦੀ ਅਪੀਲ। ਸਥਾਨਕ ਗੁਰੂ ਸੰਗਤ ਦੇ ਫੈਸਲਿਆਂ ਨੂੰ, ਸਥਾਨਕ ਗੁਰੂ ਸੰਗਤ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਪਾਸ ਹੋ ਸਕਦੀ ਹੈ। ਸਿੱਖ ਰਹਿਤ ਮਰਿਆਦਾ ਦੀ ਪੰਥਕ ਰਹਿਣੀ ਦੇ ਭਾਗ ਦੇ ਇਸ ਚੈਪਟਰ ਦੇ ਵਿੱਚ ਇੱਕੋ ਹੀ ਪੰਕਤੀ ਹੈ, ਇੱਕੋ ਲਾਈਨ ਦਾ ਹੈ, ਇਹ ਹੈ ਜਿਸ ਅਨੁਸਾਰ ਗੁਰੂ ਪੰਥ ਦਾ ਫੈਸਲਾ ਇਹ ਹੈ ਕਿ ਜੇ ਕਦੀ ਸਥਾਨਕ ਸੰਗਤਾਂ ਦਰਮਿਆਨ ਕਿਸੇ ਖਾਸ ਧਾਰਮਿਕ, ਰਾਜਨੀਤਿਕ, ਪ੍ਰਬੰਧਕੀ ਆਦਿ ਜਾਂ ਹੋਰ ਮੁੱਦੇ ਜਿਹੜੇ ਹਨ, ਵਿਵਾਦ ਹੋ ਜਾਂਦਾ, ਤਕਰਾਰ ਹੋ ਜਾਂਦਾ, ਝਗੜਾ ਹੋ ਜਾਂਦਾ, ਤਾਂ ਜ਼ਰੂਰੀ ਹੈ ਕਿ ਉਸਨੂੰ ਸਥਾਨਕ ਪੱਧਰ ਤੇ ਹੀ ਹੱਲ ਕਰ ਲਿਆ ਜਾਵੇ। ਜ਼ਰੂਰੀ ਹੈ। ਜਿਹੜੀ ਗੱਲ ਅਪੀਲ ਦਾ ਮਤਲਬ ਹੁੰਦਾ ਹੈ ਕਿਸੇ ਫੈਸਲੇ ਦੇ ਅਗੇਂਸਟ ਜਾਂ ਉਹਦੇ ਹੱਕ ਜਾਂ ਵਿਰੋਧ ਦੇ ਵਿੱਚ ਜਾ ਕੇ ਗੱਲ ਕਰਨੀ। ਇਹਦਾ ਮਤਲਬ ਕੀ ਹੈ ਕਿ ਜਿਹੜੇ ਧਾਰਮਿਕ ਜਾਂ ਰਾਜਨੀਤਿਕ ਜਾਂ ਪ੍ਰਬੰਧਕੀ ਆਦਿਕ ਮੁੱਦੇ ਆ, ਉਹਨਾਂ ਨੂੰ ਸਥਾਨਕ ਪੱਧਰ ਤੇ, ਲੋਕਲ ਲੈਵਲ ਦੇ ਉੱਤੇ ਹੀ ਹੱਲ ਕਰਨ ਦੀ ਜਿਹੜੀ ਹੈ ਲੋੜ ਹੈ। ਪਰ ਆਪਸੀ ਸਾਡੀ ਬੇਵਿਸ਼ਵਾਸੀ ਕਾਰਨ ਜਾਂ ਬੇਪ੍ਰਤੀਤੀ ਕਾਰਨ ਜੇ ਐਸਾ ਨਹੀਂ ਹੋ ਸਕਦਾ, ਆਪਸੀ ਬੈਠ ਕੇ ਹੱਲ ਅਸੀਂ ਨਹੀਂ ਕਰ ਸਕਦੇ, ਜਿਹੜੀ ਅਸੀਂ ਕਰਦੇ ਆ ਵੀ ਆਪਸ ਵਿੱਚ ਬੈਠ ਕੇ ਅਸੀਂ ਆਓ ਫੈਸਲੇ ਕਰੀਏ, ਸਭਾ ਵਿਛਾਈਏ, ਇਹ ਗੱਲਾਂ ਅਸੀਂ ਕਰਦੇ ਆ, ਪਰ ਵਿਛਾਉਣ ਨੂੰ ਕੋਈ ਤਿਆਰ ਨਹੀਂ ਹੁੰਦਾ, ਕਿਉਂਕਿ ਗੁਰੂ ਦੀ ਗੱਲ ਕਰਨੀ ਸਾਨੂੰ ਔਖੀ ਜਿਹੀ ਜਾਪਦੀ ਹੈ, ਆਪਣੀ ਗੱਲ ਮਨਾਉਣੀ ਲੱਗਦੀ ਹੈ।
हर बंदा हर संस्था अपनी गल मनाउण वाले पासे तुरदी है। तो इत्थे जिहड़ी गल लिखी है भी चाहीदा है भी ये राजनीतिक जां समाजिक जां धार्मिक मसले जिहड़े ने इन्हां नूं लोकल लैवल ते हल कर लिया जाए। पर इहदी अपील जिहड़ी है जे ऐसा ना होवे, आपसी बेविश्वासी करके आपसी तकरार करके झगड़िया करके होमे करके जे इहो जिहा नहीं हुंदा तां ओहदी अपील अकाल तख्त साहिब दे उत्ते कीती जा सकदी है। तो ये ख्याल रखिया जावे, ये इत्थे गल ख्याल रखने की यह लोड़ है कि अकाल तख्त साहिब तो पंज प्यारिਆਂ मिल के लिया गया, फिर पंथक फैसला बदलण लई संबंधित धिरां हर हालत च पाबंद होण। कई बारी हुंदा की है कि असीं अपील भी कर दिंदे आ, फिर जज दे फैसले नूं असीं मंनदे भी नहीं। तो ये जे इहदी उलंघना असीं करदे आ ਤਾਂ ਫਿਰ ਅਸੀਂ ਸਮਝੋ ਗੁਰੂ ਪੰਥ ਦੀ ਉਹ ਜਿਹੜੀ ਮਰਿਆਦਾ ਸਾਡੀ ਚੱਲੀ ਆ ਰਹੀ ਹੈ ਉਹਦੀ ਕੋਈ ਤੋਹੀਨ ਕਰਦੇ ਹਾਂ। ਤਾਂ ਸਿੱਖ ਰਹਿਤ ਮਰਿਆਦਾ ਦੀ ਇਹ ਅੰਤਮ ਤੇ ਸਭ ਤੋਂ ਛੋਟੀ ਮੱਦ ਹੈ ਜੇ ਅਸੀਂ ਇਸ ਗੱਲ ਕਰਦੇ ਹਾਂ। ਪਰ ਅਸਰ ਕਾਰਨ ਇਹ ਬਹੁਤ ਹੀ ਮਹੱਤਵਪੂਰਨ ਮੱਦ ਹੈ। 1936 ਦੀ ਸਿੱਖ ਰਹਿਤ ਮਰਿਆਦਾ ਵਿੱਚ ਵੀ ਇਹ ਬਿਲਕੁਲ ਇੰਨੇ ਵੀ ਨਹੀਂ ਇਸੇ ਤਰ੍ਹਾਂ ਦਰਜ ਕੀਤਾ ਗਿਆ ਸੀ, ਇਸ 'ਚ ਕੋਈ ਅਦਲਾ ਬਦਲੀ ਵੀ ਨਹੀਂ ਕੀਤੀ ਗਈ। पर इउं जापदा है कि इस मद नूं ना तां जे विचारिया गया ते ना ही उहनूं अजे अमल विच लिआंदा गया जे दूजे लफ्ज़ां असीं गल करीए। जेकर असीं सचमुच ही सीरीअस हो के जां गंभीरता दे नाल इस मद दी मूल भावना नूं समझ लईए तां इह गल समझ आ जाए कि श्री अकाल तख्त से हर मसला लिजाण दी बिरती जिहड़ी है रुक जाएगी। फिर निक्की गल हुई चिट्ठी पा के मसला उत्थे लै जाओ, अकाल तख्त नूं हर निक्की निक्की लड़ाई विच घसीट लईए, क्योंकि ये मद सानूं समझ नहीं आई, ये मद सानूं समझ नहीं आई। तो इत्थे जिहड़ी गल सानूं समझाई गई है भी एक ऐसी इस एक लाइन दे विच ऐसी सानूं उदेश कीते गए हन कि पंथ दी एक गवाची हुई जिहड़ी संस्था सी गुरु संगत कह सकते हैं। गुरु संगत जिहड़ा गुरसंगत किन्नी खालसा वाली गल असीं गुरसंगत की गल करते हैं वो असल च गवाची हुई है साडे विचों, क्योंकि संगत की अहमियत भी असीं खत्म कर दी है। जिहड़े फैसले संगत कर सकती सी वो फैसले असीं अहमियत उहदी चीज़ां खत्म कर दित्तियां। तो इस जे असीं इस छोटी जी लाइन दे उत्ते भी स्थानक गुरु संगत के फैसलों की अपील गुरु संगत के फैसलों की एक 3-4 अखरां ते अमल कर लीए तो फिर गुरु संगत की परंपरा ते मर्यादा दोबारा अज फिर सुरजीत हो सकती है, दोबारा कायम हो सकती है। तो गल बड़ी स्पष्ट है कि गुरु संगत के फैसलों की अपील श्री अकाल तख्त साहिब पे हो सकती है। अकाल तख्त साहिब कोल अपील का अधिकार किसनूं है, किस विधि नाल इस मसले में श्री अकाल तख्त दे विचार हित भेजे जा सकते हैं। एक बड़ा एक अहम नुकता यह है साडे कोल जिहड़ा विचारन की लोड़ है। संगत विच ते गुरु संगत विच अंतर हुंदा है, संगत विच ते गुरु संगत विच अंतर हुंदा है। गुरु संगत किहनूं कहंदे ने आपां पिछे विचार है जी पंथक रहण दे अंक नंबर 1 दे उत्ते गुरु पंथ दे विच असीं विचार कर चुके हैं भी गुरु संगत किहनूं कहंदे हन, ਇਹਦੇ ਵਿਚਾਰ ਅਸੀਂ ਪਿੱਛੇ ਕਰ ਸਕਦੇ ਹਾਂ। ਸਿਰਫ ਟੂਕ ਮਾਤਰ ਗੱਲ ਕਰ ਰਹੇ ਹਾਂ ਕਿ ਗੁਰੂ ਸੰਗਤ ਕੇਵਲ ਉਹ ਹੀ ਅਖਵਾ ਸਕਦੀ ਹੈ ਜਿੱਥੇ ਘੱਟੋ ਘੱਟ 5 ਤਿਆਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਚ ਹੋਣਗੇ। ਗੁਰੂ ਸੰਗਤ ਕੇਵਲ ਉਹ ਹੀ ਹੋ ਸਕਦੀ ਹੈ, ਉਹ ਹੀ ਅਖਵਾ ਸਕਦੀ ਹੈ। तो इस नाल एक होर भी गल स्पष्ट है कि गुरु संगत का मैंबर बनने लिए जरूरी है कि अमृत त्यारी हो गए, अमृत तैयार करके खंडे बाटे की पहुंच लैके उस सिख तैयार हो गए। तो इस गल नूं समझने की लोड़ है। जेड़े गुरु पंथ की गल की गई है जो गुरु संगत की गल की गई है वो आम बंदियां दा कट्ठ नहीं है जां आम मनुक्खां नूं असीं करके लो जी फैसला कर दिओ, पर उसकी निजी शर्त है भी गुरु संगत की गल हो। तो गुरु संगत लई घट तो घट 5 तैयार सिंघां दा होना लाजमी है। इस फिर वही सिद्धांत भी 5 तैयार कोई भी हो सकते हैं, बट द बेस्ट 5 वाला भी जिहड़े सब तो चंगे
ਇਹ ਸੰਗਤ ਜਿਨ੍ਹਾਂ ਨੂੰ ਚੁਣਦੀ ਹੈ, ਜੇ ਸੰਗਤ ਨੂੰ ਜਿਹੜਾ ਪਤਾ ਹੁੰਦਾ, ਤਾਂ ਸੰਗਤ ਦੇ ਵਿੱਚੋਂ ਹੀ ਗੁਰੂ ਸੰਗਤ ਦਾ ਇਹ ਇੱਕ ਨੁਕਤਾ ਨਿਕਲ ਕੇ ਸਾਡੇ ਸਾਹਮਣੇ ਆਉਂਦਾ ਹੈ। ਸੰਗਤ ਆਮ ਬੈਠੀ 200 400 500 ਸਾਰੀ ਸੰਗਤ ਹੈ, ਪਰ ਜਦੋਂ ਅਸੀਂ ਕੋਈ ਨਿਰਣਾ ਕਰਨਾ ਫਿਰ ਗੁਰੂ ਸੰਗਤ ਦੇ ਵਿੱਚ ਜਿਹੜੇ 5 ਸਾਡੇ ਚੁਣੇ ਜਾਂਦੇ ਉਹਨੂੰ ਗੁਰੂ ਸੰਗਤ ਦਾ ਫੈਸਲਾ ਕਿਹਾ ਜਾਂਦਾ। ਤਾਂ ਇਸ ਵਾਸਤੇ ਗੁਰੂ ਸੰਗਤ ਦਾ ਮੈਂਬਰ ਬਣਨ ਲਈ ਤਿਆਰ ਬਰ ਤਿਆਰ ਹੋਣਾ ਜ਼ਰੂਰੀ ਹੈ, ਭਾਵ ਖੰਡੇ ਬਾਟੇ ਦੀ ਪਹੁੰਚ ਲੈਣੀ ਜ਼ਰੂਰੀ ਹੈ। ਸੰਗਤ ਕਿਸੇ ਧਾਰਮਿਕ ਮੁਕਲੇ ਵਿੱਚ ਨਿਰਣਾ ਲੈਣ ਦਾ ਹੱਕ ਨਹੀਂ ਹੈ। ਜੇ ਸੰਗਤ ਨੂੰ ਕਈ ਵਾਰੀ ਅਸੀਂ ਸੰਗਤ ਵਿੱਚ ਰੱਖ ਕੇ ਬੋਲੇ ਸੋਹਣੇ ਸਤਿ ਸ੍ਰੀ ਅਕਾਲ ਦੇ ਜਕਾਰੇ ਲਵਾ ਲੈਂਦੇ ਹਾਂ, ਲਓ ਜੀ ਸੰਗਤ ਨੇ ਫੈਸਲਾ ਕਰਤਾ, ਸੰਗਤ ਨੇ ਖਾਲਸਾ ਕਰਤਾ। ਸੰਗਤ ਧਾਰਮਿਕ ਮਸਲੇ ਵਿੱਚ ਨਿਰਣਾ ਲੈਣ ਦਾ ਹੱਕ ਨਹੀਂ ਰੱਖਦੀ। ਇਹ ਅਧਿਕਾਰ ਕੇਵਲ ਗੁਰੂ ਸੰਗਤ ਦੇ ਕੋਲ ਹੈ। ਜਿਹੜਾ ਲਿਖਿਆ ਨਾ ਸਥਾਨਕ ਗੁਰ ਸੰਗਤ ਦੇ ਫੈਸਲਿਆਂ ਦੀ, ਹੁਣ ਸੰਗਤ ਤੇ ਗੁਰ ਸੰਗਤ ਦਾ ਸਾਨੂੰ ਪਤਾ ਲੱਗਣਾ ਚਾਹੀਦਾ ਹੈ। ਤਾਂ ਇਹ ਅਧਿਕਾਰ ਗੁਰੂ ਸੰਗਤ ਦੇ ਕੋਲ ਹੈ। ਅਕਾਲ ਤਖਤ ਦਾ ਰੁਤਬਾ ਇੱਕ ਅਪੀਲ ਵਾਲੀ ਅਦਾਲਤ ਦਾ ਹੈ। ਇੱਥੇ ਜਿਹੜੀ ਗੱਲ ਸਮਝ ਆਉਂਦੀ ਹੈ ਵੀ ਅਕਾਲ ਤਖਤ ਦਾ ਰੁਤਬਾ ਜਿੱਥੇ ਅਪੀਲ ਹੋ ਸਕਦੀ ਉਸ ਅਦਾਲਤ ਦਾ ਹੈ, ਉਹਦੇ ਉੱਤੇ ਹੋਰ ਕੋਈ ਅਦਾਲਤ ਨਹੀਂ ਹੈ। ਇਹ ਲਾਸਟ ਅਦਾਲਤ ਹੈ ਜਿੱਥੇ ਜੋ ਅਪੀਲ ਹੋਵੇ। ਪਰ ਲੋੜ ਇਸ ਗੱਲ ਦੀ ਹੈ ਕਿ ਸਾਨੂੰ ਧੜੇਬੰਦੀ ਤੋਂ ਆਜ਼ਾਦ ਕਰਾਉਣ ਲਈ ਆਪਣੇ ਕਮਰ ਕੱਸੇ ਕਰਨੇ ਚਾਹੀਦੇ ਹਨ ਕਿ ਜੇ ਇਹ ਪੰਥ ਦੀ ਮਰਿਆਦਾ ਨੂੰ ਜਾਂ ਪਰੰਪਰਾ ਨੂੰ ਅਸੀਂ ਮੁੜ ਸੁਰਜੀਤ ਕਰਨਾ ਚਾਹੁੰਦੇ ਹਾਂ ਤਾਂ ਸਾਡੇ ਰਾਜਨੀਤੀ ਦੇ ਉਹ ਦਬਾਅ ਜਿਹੜੇ ਪੈ ਚੁੱਕੇ ਹਨ ਉਹਨਾਂ ਤੋਂ ਅੱਜ ਕੱਢਣ ਦੀ ਲੋੜ ਪੈ। ਉੱਥੇ ਗੱਲ ਬੜੀ ਸਪਸ਼ਟ ਹੁੰਦੀ ਹੈ ਵੀ ਕਿਸੇ ਵੀ ਮੁੱਦੇ ਨੂੰ ਜਾਂ ਮਸਲੇ ਨੂੰ ਜਿਹੜੇ ਗੁਰਮਤਿ ਦੇ ਅਧੀਨ ਨਹੀਂ ਆਉਂਦੇ, ਜਿਹੜਾ ਗੁਰਮਤਿ ਦੀ ਆਪਾਂ ਗੱਲ ਕੀਤੀ ਸੀ ਵੀ ਬੀੜ ਦੀ ਨਿਰੋਲਤਾ ਜਾਂ ਦੂਜਾ, ਉਹਦੇ ਅਧੀਨ ਨਹੀਂ ਆਉਂਦੇ, ਸਿੱਧਾ ਅਕਾਲ ਤਖਤ ਤੇ ਨਹੀਂ ਲਿਜਾਇਆ ਜਾ ਸਕਦਾ। ਆਪਾਂ ਫਿਰ ਦੁਬਾਰਾ ਮੈਂ ਗੱਲ ਕਰ ਰਿਹਾ ਵੀ ਕਿਸੇ ਵੀ ਮਸਲੇ ਨੂੰ ਧਾਰਮਿਕ, ਸਮਾਜਿਕ, ਰਾਜਨੀਤਿਕ, ਇਹਨਾਂ ਮਸਲਿਆਂ ਨੂੰ ਸਿੱਧੇ ਅਕਾਲ ਤਖਤ ਸਾਹਿਬ ਤੇ ਨਹੀਂ ਲਿਜਾਇਆ ਜਾ ਸਕਦਾ ਕਿਉਂਕਿ ਗੁਰੂ ਸੰਗਤ ਦਾ ਅਧਿਕਾਰ ਹੈ ਤੇ ਗੁਰੂ ਸੰਗਤ ਦੇ ਪ੍ਰਥਾ ਨੂੰ ਸਾਨੂੰ ਸੁਰਜੀਤ ਕਰਨ ਦੀ ਲੋੜ ਪੈ ਗਈ ਹੈ, ਹੋਣੀ ਚਾਹੀਦੀ ਹੈ। ਅਸੀਂ ਹਰ ਨਿੱਕੀ ਤੋਂ ਨਿੱਕੀ ਗੱਲ ਅਕਾਲ ਤਖਤ ਤੇ ਜਾ ਕੇ ਲੈ ਜਾਂਦੇ ਹਾਂ, ਹਰ ਫਿਰ ਚੁੱਕਦੇ ਹਾਂ, ਅਕਾਲ ਤਖਤ ਦੀ ਗੱਲ ਕਰਦੇ ਹਾਂ। ਜਿੱਥੇ ਅਸੀਂ ਗੱਲ ਕਰਦੇ ਹਾਂ ਉੱਥੇ ਅਕਾਲ ਤਖਤ ਸਾਹਿਬ ਦੀ ਗੱਲ ਹੁੰਦੀ ਹੈ। ਮੇਰੀ ਬੇਨਤੀ ਹੈ ਵੀ ਸਿੱਧੇ ਮਸਲਿਆਂ ਨੂੰ ਅਕਾਲ ਤਖਤ ਤੇ ਲਿਜਾਣਾ ਤੇ ਉੱਥੋਂ ਫਿਰ ਫੈਸਲੇ ਜਿਹੜੇ ਨੇ ਉਹ ਦੂਜੇ ਤਰ੍ਹਾਂ ਹੋ ਰਹੇ। ਉਹ ਕਾਰਨ ਕੀ ਹੈ? ਕਾਰਨ ਵੀ ਅਸੀਂ ਹਰ ਫੈਸਲੇ ਨੂੰ, ਹਰ ਮਸਲੇ ਨੂੰ ਉੱਥੇ ਜਾ ਕੇ ਚੁੱਕ ਕੇ ਭੇਜ ਦਿੰਦੇ ਹਾਂ। ਜਿਹੜਾ ਅਧਿਕਾਰ ਗੁਰੂ ਸੰਗਤ ਦਾ ਸੀ ਉਹ ਗੁਰੂ ਸੰਗਤ ਦੀ ਕਾਇਮ ਹੀ ਨਹੀਂ ਕੀਤੀ। ਗੁਰੂ ਸੰਗਤ ਦਾ ਜਿਹੜਾ ਅਧਿਕਾਰ ਸਾਨੂੰ ਮਿਲਿਆ ਅਸੀਂ ਉਹਨੂੰ ਵਰਤਿਆ ਨਹੀਂ। ਹਰ ਸਿੱਖ ਨੂੰ ਸਥਾਨਕ ਸੰਗਤ ਨਾਲ ਜੋੜਨ ਲਈ ਸਥਾਨਕ ਗੁਰੂ ਸੰਗਤ ਦਾ ਮੁੱਢਲਾ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਦੇਖੋ ਕਿੰਨੀ ਵੱਡੀ ਗੱਲ ਕੀਤੀ ਹੈ। ਜੇਕਰ ਕੋਈ ਮਸਲਾ ਪੈਦਾ ਹੁੰਦਾ ਹੈ ਤਾਂ ਕਿਸੇ ਵੀ ਸਿੱਖ ਲਈ ਇਹ ਗੱਲ ਜ਼ਰੂਰੀ ਹੈ ਕਿ ਉਹ ਸਾਹਮਣੇ ਆਏ ਮਸਲੇ ਨੂੰ ਪਹਿਲਾਂ ਸਥਾਨਕ ਗੁਰੂ ਸੰਗਤ ਦੇ ਸਾਹਮਣੇ ਪੇਸ਼ ਕਰੇ। ਪਹਿਲਾਂ ਸੰਗਤ ਵਿੱਚ ਰੱਖੇ, ਸੰਗਤ ਗੁਰੂ ਪੰਥ ਦੇ ਗੁਰੂ ਸੰਗਤ ਨੂੰ ਚੁਣੇ ਤਾਂ ਉਹ ਮਸਲਾ ਗੁਰੂ ਸੰਗਤ ਵਿੱਚ ਵਿਚਾਰਿਆ ਜਾਵੇ। ਸਥਾਨਕ ਗੁਰੂ ਸੰਗਤਾਂ ਪਹਿਲਾਂ ਉਸ ਦਾ ਕੋਈ ਨਿਰਣਾ ਲੈਣ, ਕੋਈ ਫੈਸਲਾ ਲੈਣ। ਇਸ ਫੈਸਲੇ ਤੇ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੁੰਦਾ ਹੈ ਜਾਂ ਆਬਜੈਕਸ਼ਨ ਹੁੰਦਾ ਹੈ ਜਾਂ ਕੋਈ ਧਿਰ ਰਾਜੀ ਨਹੀਂ ਹੁੰਦੀ ਤਾਂ ਉਹਦੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕੀਤੀ ਜਾ ਸਕਦੀ ਹੈ। ਉਹਦੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਜਾਂਦੀ ਹੈ। ਜੇ ਇਹ ਮਤ ਅਸੀਂ ਸੱਚਮੁੱਚ ਪ੍ਰੈਕਟੀਕਲ ਤੌਰ ਤੇ ਵਿਚਾਰੀਏ ਜਾਂ ਇਹਨੂੰ ਅਮਲ ਵਿੱਚ ਲੈ ਆਈਏ ਤਾਂ ਇਹ ਪੰਥ ਦੀ ਜਿਹੜੀ ਸਰਵਉੱਚ ਅਦਾਲਤ ਹੈ ਜਾਂ ਪੰਥ ਦੀ ਸਰਵਉੱਚ ਸੰਸਥਾ ਜਿਹੜੀ ਹੈ ਉਹਦੀ ਕਾਰਜ ਉਹਦੇ ਕੰਮ ਕਰਨ ਦੇ ਢੰਗ ਨੂੰ ਜਾਂ ਕਾਰਜ ਪ੍ਰਣਾਲੀ ਨੂੰ ਦੁਬਾਰਾ ਜਿੰਦਾ ਕੀਤਾ ਜਾ ਸਕਦਾ ਹੈ। ਅਸੀਂ ਇੱਥੇ ਗੱਲ ਕਰੀਏ ਵੀ ਇਹ ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਇਹ ਆਖਰੀ ਜਿਹੜਾ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਹੈ, ਇਹ ਬੜਾ ਜ਼ਰੂਰੀ ਹੈ। ਆਖਰੀ ਲਾਈਨ ਜਿਹੜੀ ਮੈਂ ਫਿਰ ਬੇਨਤੀ ਕਰਦਿਆਂ, ਸਥਾਨਕ ਗੁਰੂ ਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਪਾਸ ਹੋ ਸਕਦੀ ਹੈ। ਬਹੁਤ ਹੀ ਅਹਿਮ ਨੁਕਤਾ ਹੈ ਜੋ ਸਾਨੂੰ
सिख रहत मर्यादा भी दिता गया गुरु संगत का। तो इस वास्ते ये रहत मर्यादा जो गुरु पंथ ने बनाई, एक दस्तावेज साडे कोल है जिहदा ਅਸੀਂ पिछले काफी समय तो विचार करते आ रहे हैं। ये विचार करने का मेरा मकसद फैसले करना नहीं है, क्लैरिटी है हर मत की जो सानू समझ आई या जिन्नी की विचार सानू समझ आई वो आप जी ने साझी की है। 239 साल के लंबे समय के जीवन काल विच कालपुरख के निजी सरगन स्वरूप गुरु साहब ने अपना सारा कुछ वार के जुगो जुग अटल गुरु ग्रंथ साहब इहदी ताबिया गुरु पंथ प्रगट किया है। देखो 239 साल का लंबा समा ला के मेरी हैरानी की गल है भी सानू गल समझ क्यों नहीं आती या असीं इस गल नूं समझ क्यों नहीं सकते। तो ये गुरु पंथ के स्वरूप नूं खूबसूरत बनाउण लई, गुरु पंथ के स्वरूप नूं पूरी तरह उजागर करने के लिए, गुरु पंथ के सिद्धांत नूं पूरी तरह दुनिया दे विच लिजाण दे लई अज हर वो व्यक्ति जिन्हों दो नुकते आ गए या हर वो पंसारी जिहड़ा खानदानी घुआ रहा अपने आप नूं जिन्हों दो सोटियां सुणदियां मिल गई भी पंसारी है। अज हर थां ते गुरु पंथ बड़िया होया, अकाल तख्त के चार जथेदार बन जाते हैं, वो भी अपने आप नूं पंथ ही घुमाउंदे ने। क्यों कमी आई है? ये सारियां कमजोरियां क्यों आईयां? क्योंकि इस परंपरा दे विच जिथे कमी आई वो इस करके आई क्योंकि इस परंपरा दे विच कोई कमी है नहीं सी, असी पा दी गई। असी जहर विच अमृत विच जहर घोल दी है। वो राजनीति ने साडी वेले दी राजनीति ने इस अमृत रूपी संस्था दे विच जहर घोल दी है। किन्ने वधिया सिद्धांत साडे बने हुए सी, फिर सानू इन्हां दे दुनिया विच ओही कराउण दी लोड़ ही ना पैंदी। इको बाटे च अमृत छक के, इको बाटे चो कड़ाह प्रसाद छक के सिख दी जीवन जाच रहत दे वखरे वखरे फिर भी टूटे हुंदे रहन, जातां दे आधार ते वंडिया जावे, ये बरादरियां दे आधार ते वंडिया जावे, ये भगतां दे वखरे गुरुद्वारे कायम कर ले जाण, तां ये साडे लई चिंता दा विशा होना चाहिदा है। सानू एक बाटे विचों अमृत दी दात, एक बाटे विचों कड़ाह प्रसाद की गल समझाई सी। गुरु पंथ ने सिर जोड़ के मेहनत करके श्री अकाल तख्त साहिब की छत्र छाया दे हेठ ये सिख रहत मर्यादा तैयार की है। ये दस्तावेज सारे जगत का है, ये पंथ खालसे दा है। जिथे पंथ खालसे ने सारे जगत में सिक्खी के झंडे नूं बुलंद करना है। ये इन्नी गंभीर ते विद्वता नाल ये मर्यादा तैयार की गई है जिहदी व्याख्या करनी कोई सौखी गल नहीं है, या जिहदियां मदां दे पिछे की भावना सी उहनूं बयान करना भी साडे वस दी बात नहीं है। पर इहदियां मर्यादा ते इहदियां मदां दे उत्ते बड़ी शिद्दत नाल, बड़े तत्परता दे नाल पहरा देने की सानू लोड़ है। हुण उस तो भी ज्यादा लोड़ है क्योंकि हुण दा जो समा है वो साडी न्यारी होंद नूं खत्म करन दे लई हर पासे तो घेरा पिया होया। इस साडे सुंदर स्वरूप नूं, निर्जल स्वरूप नूं करूप बनाउण दे लई हर पासे तो यतन हो रहे हैं। तो ये होएगा तिवें गुरु ग्रंथ ते गुरु पंथ की ताबिया खालसा जी का झंडा जे सचमुच असीं चलाउणा चाहुंदे हां संसार पੱਧਰ ਦੇ ਉੱਤੇ ਤਾਂ ਸਾਨੂੰ ਇਹ ਜਿਹੜੀ ਸਿਧਾਂਤ ਦਿੱਤੇ ਗਏ ਆ ਇਸ ਰਹਿਤ ਮਰਿਆਦਾ ਦੇ ਵਿੱਚ ਉਹ ਮੰਨਣੇ ਜਾਂ ਉਹਨਾਂ ਸਿਧਾਂਤਾਂ ਨੂੰ ਅਮਲ ਵਿੱਚ ਲਿਆਉਣ ਦੀ ਲੋੜ ਹੈ। ਇਹ ਇੱਕ ਸਿੱਖ ਰਹਿਤ ਮਰਿਆਦਾ ਦਾ ਛੋਟਾ ਜਿਹਾ ਨੁਕਤਾ ਸਥਾਨਕ ਗੁਰੂ ਸੰਗਤ ਦੇ ਫੈਸਲਿਆਂ ਦੀ ਅਪੀਲ ਸ਼੍ਰੀ ਅਕਾਲ ਤਖਤ ਸਾਹਿਬ ਚ ਬਹੁਤ ਹੀ ਵਿਸਤਾਰ ਆਪਣੇ ਅੰਦਰ ਇੱਕ ਸਮਾ ਕੇ ਰੱਖਿਆ ਹੋਇਆ ਨੇ ਸਿਧਾਂਤ ਜਿਹੜਾ ਅਸੀਂ ਅੱਜ ਆਪਣੇ ਆਪ ਵਿੱਚੋਂ ਮਾਈਨਸ ਕਰ ਦਿੱਤਾ ਹੈ, ਮਨਫੀ ਕਰ ਦਿੱਤਾ ਹੈ। तो मैं बेनती करांगा भी इस नूं विचारन दी लोड़ है, इस नूं देखण दी लोड़ है। लगभग 13 साल इस तो पहला मैं ये भी गल करांगा
ਵੀ ਗੁਰੂ ਕਾਲ ਤੋਂ ਲੈ ਕੇ ਹੀ 239 ਸਾਲ ਦਾ ਉਹ ਸਮਾਂ, ਉਸ ਤੋਂ ਬਾਅਦ 1708 ਤੋਂ ਲੈ ਕੇ 1708 ਤੋਂ ਲੈ ਕੇ ਗੁਰੂ ਕਾਲ ਤੋਂ ਬਾਅਦ ਦਾ ਸਮਾਂ ਜੋ 1945 ਤੱਕ ਦਾ ਸਮਾਂ 237 ਸਾਲ ਦੇ ਕਰੀਬ ਸਮਾਂ ਬਣਦਾ ਹੈ। ਇਹ ਮਿਹਨਤ ਕੇਵਲ 18 ਜਾਂ 20 ਸਾਲ ਦੀ ਨਹੀਂ ਹੈ। 239 ਤੇ ਜਮਾ 237 ਕਰਕੇ ਦੇਖੀਏ ਅਸੀਂ 475 76 ਸਾਲ ਦਾ ਇੱਕ ਮਿਹਨਤ ਆ ਪੰਥ ਵੱਲੋਂ ਕੀਤੀਆਂ ਹੋਈਆਂ ਘਾਲਣਾਵਾਂ ਹਨ। ਇਹ ਠੀਕ ਹੈ ਕਿ ਗੁਰੂ ਕਾਲ ਤੋਂ ਬਾਅਦ ਸਾਨੂੰ ਸਮਾਂ ਨਹੀਂ ਮਿਲਿਆ, ਅਸੀਂ ਮਿਲ ਬੈਠ ਕੇ ਕੋਈ ਮਰਿਆਦਾ ਬਣਾ ਸਕਦੇ, ਕਿਉਂਕਿ ਸਾਡਾ ਬਹੁਤਾ ਸਮਾਂ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਜੱਦੋ-ਜਹਿਦ ਦੇ ਵਿੱਚ ਹੀ ਗੁਜ਼ਰਦਾ ਰਿਹਾ। ਅਸੀਂ ਆਪਣੀ ਹੋਂਦ ਬਚਾਉਣ ਦੇ ਲਈ ਕਦੀ ਸਾਡੇ ਸਿਰਾਂ ਦੇ ਮੁੱਲ ਰੱਖੇ ਗਏ, ਕਦੀ ਸਾਡੇ ਬੰਦ ਕੱਟੇ ਗਏ, ਕਦੇ ਬੱਚਿਆਂ ਦੇ ਟੋਟੇ ਕਰਕੇ ਸਾਡੇ ਗਲਾਂ 'ਚ ਹਾਰ ਪਾਏ ਗਏ, ਕਦੀ ਅਸੀਂ ਚੱਕਰੀਆਂ ਤੇ ਚੜੇ, ਕਦੀ ਅਸੀਂ ਆਰਿਆਂ ਨਾਲ ਚੀਰੇ ਗਏ, ਕਦੀ ਕੁਝ ਸਾਡੇ ਨਾਲ ਬੀਤਦਾ ਗਿਆ। ਕਦੀ ਇੱਕ ਦਿਨ ਵਿੱਚ 10,000 ਸਿੰਘ ਸ਼ਹੀਦ ਕੀਤਾ, ਕਦੀ ਇੱਕ ਦਿਨ ਵਿੱਚ 30,000 ਸਿੰਘ ਸ਼ਹੀਦ ਕੀਤਾ ਗਿਆ। ਅੱਧੀ ਕੌਮ ਜਿਹੜੀ ਸੀ ਉਹ ਖਤਮ ਕਰ ਦਿੱਤੀ ਗਈ। ਉਸ ਵੇਲੇ ਅਸੀਂ ਇਸ ਸਿਧਾਂਤਾਂ ਨੂੰ ਬਚਾ ਕੇ ਨਾ ਰੱਖ ਸਕੇ, ਜਾਂ ਇਹ ਕਹਿ ਲਈਏ ਵੀ ਜਿੰਨਾ ਕਰ ਸਕਦੇ ਸੀ ਉਹਨਾਂ ਪਿਆਰਿਆਂ ਨੇ, ਗੁਰੂ ਪਿਆਰਿਆਂ ਨੇ ਉਦਮ ਕੀਤਾ। ਪਰ ਕਿਉਂਕਿ ਅੱਜ ਜਦੋਂ ਅਸੀਂ ਗੁਰਦੁਆਰੇ ਆਜ਼ਾਦ ਕਰਾ ਲਏ ਮਹੰਤਾਂ ਤੋਂ ਲਗਭਗ 1920 ਦੇ ਵਿੱਚ, ਤਾਂ 1920 ਤੋਂ ਬਾਅਦ ਫਿਰ ਮਿਹਨਤ ਹੋਈ। ਹਾਲਾਂਕਿ 1910 ਤੋਂ ਹੀ ਚੀਫ ਖਾਲਸਾ ਦੀਵਾਨ ਨੇ ਇਹਦੇ ਤੇ ਮਿਹਨਤ ਕਰਨ ਦੀ ਲੋੜ ਜਿਹੜੀ ਸੀ ਉਹ ਸ਼ੁਰੂ ਕਰ ਦਿੱਤੀ ਸੀ। 30 ਅਕਤੂਬਰ 1910 ਨੂੰ ਹੀ ਚੀਫ ਖਾਲਸਾ ਦੀਵਾਨ ਵੱਲੋਂ ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕੀਤਾ ਗਿਆ ਸੀ, ਜਿਹਨੇ ਸਿੱਖ ਰਹਿਤ ਮਰਿਆਦਾ ਦਾ ਮੁੱਢ ਬੰਨਿਆ ਸੀ, ਜਿੱਥੋਂ ਇਹ ਸਮਝ ਆਈ ਕਿ ਸਾਨੂੰ ਮਰਿਆਦਾ ਕਰਨ ਦੀ ਜਿਹੜੀ ਲੋੜ ਹੈ। ਤਾਂ ਅੱਗੇ ਫਿਰ 1927 ਤੋਂ ਬਾਅਦ 1931 ਤੋਂ ਬਾਅਦ 1945 ਤੱਕ ਦਾ ਲੰਬਾ ਸਫ਼ਰ ਹੈ, ਜਿਹੜੀਆਂ ਇੱਕ ਕਲਾਸ 'ਚ ਆਪਾਂ ਵਿਚਾਰਾਂ ਕਰਾਂਗੇ। ਜੋ ਸਫ਼ਰ ਕਿਵੇਂ ਬੀਤਿਆ, ਕਿਵੇਂ ਚੱਲਦਾ, ਉਹ ਤਰੀਕਾਂ ਜਿਹੜੀਆਂ ਹਨ, ਜਿੰਨੀਆਂ ਕਿ ਮੈਨੂੰ ਯਾਦ ਜਾਂ ਜਿੰਨੀਆਂ ਕਿ ਮੈਨੂੰ ਇਤਿਹਾਸਕ ਹਵਾਲਿਆਂ 'ਚੋਂ ਮਿਲੀਆਂ ਹਨ, ਉਹ ਮੈਂ ਆਪ ਜੀ ਦੇ ਨਾਲ ਇੱਕ ਕਲਾਸ ਵਿੱਚ ਹੋਰ ਸਾਂਝੀਆਂ ਕਰਾਂਗਾ। ਇਹ ਵਿਆਖਿਆ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੂੰ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੀਰਾ, ਜਿਤ ਮਿਲਿਆ ਚੁੱਕੇ ਸਭ ਸੋਖ ਸੰਤਾਪੇ। ਇਹ ਸਾਡੇ ਵੱਸ ਦੀ ਬਾਤ ਨਹੀਂ ਹੈ, ਪਰ ਜੋ ਗੁਰੂ ਨੇ ਬਖਸ਼ਿਸ਼ ਕੀਤੀ ਜਾਂ ਜੋ ਗੁਰੂ ਨੇ ਸੇਧ ਬਖਸ਼ੀ, ਉਨੀਆਂ ਕੁ ਵਿਚਾਰਾਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹਨ। ਰਹਿਤ ਮਰਿਆਦਾ ਦੀ ਵਿਆਖਿਆ ਲਈ ਇੱਕ ਵਾਰ ਫਿਰ ਆਪ ਸਾਰਿਆਂ ਪਾਸੋਂ ਇਸ ਵਿਆਖਿਆ ਕਰਦਿਆਂ, ਸਾਰੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਪਾਸੋਂ ਫਿਰ ਖਿਮਾ ਮੰਗ ਰਿਹਾ ਹਾਂ, ਕਿਉਂਕਿ ਇਹ ਮੇਰੀ ਮੱਤ ਛੋਟੀ ਹੈ। ਇਹ ਮਰਿਆਦਾ ਦੇ ਵਿੱਚ ਜੋ ਗਹਿਰਾਈ ਹੈ ਉਹ ਸਮਝਣਾ ਸਾਡੇ ਵੱਸ ਦੀ ਬਾਤ ਵੀ ਨਹੀਂ ਹੈ, ਕਿਉਂਕਿ ਜਿਨ੍ਹਾਂ ਨੇ ਬਣਾਈ ਸੀ ਬਹੁਤ ਸਾਡੇ ਨਾਲੋਂ ਜ਼ਿਆਦਾ ਉੱਚੇ ਸੁੱਚੇ ਜੀਵਨ ਵਾਲੇ ਸਚਿਆਰ ਗੁਰੂ ਕੇ ਪਿਆਰੇ ਲਾਲ ਜਿਹੜੇ ਸਨ, ਜਿਨ੍ਹਾਂ ਨੇ ਇਹ ਮਰਿਆਦਾ ਦੀ ਘਾਟ ਘੜੀ, ਉਹਨਾਂ ਦੀ ਸੋਚ ਤੱਕ ਪਹੁੰਚਣਾ ਔਖਾ ਜਿਹਾ ਜਾਪਦਾ ਹੈ। ਪਰ ਗੁਰੂ ਦੀ ਬਖਸ਼ਿਸ਼ ਨਾਲ ਜੋ ਕੁਝ ਮਿਲਿਆ ਉਹ ਆਪ ਜੀ ਨਾਲ ਸਾਂਝਾ ਕੀਤਾ ਜੀ। ਇੱਕ ਵਾਰ ਫੇਰ ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਤਿ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।